ਮੰਤਰੀ ਜੀ ਨੇ ਕਿਹਾ ਕਿ ਦੱਸਣ ਕਾਨੂੰਨ ਕਾਲੇ ਕਿਵੇਂ ਨੇ, ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ। ਮੈਂ ਦੱਸਾਂ ਕਿ ਕਾਨੂੰਨ ਕਿਵੇਂ ਕਾਲੇ ਨੇ, ਕੀ ਕਾਲਾ ਕਾਨੂੰਨਾਂ ਦੇ ਵਿੱਚ। ਮੰਤਰੀ ਜੀ ਇੱਕੋ ਗੱਲ ਦੇ ਵਿੱਚ ਕਹਿ ਕੇ ਨਿਕਲ ਜਾਂਦੇ ਸੀ ਕਿ ਦੇਖੋ ਜੀ, ਜੇ ਤੁਹਾਨੂੰ ਲੱਗਦਾ ਹੈ ਵੀ ਇਹ ਕਾਨੂੰਨ ਸੰਵਿਧਾਨ ਦੇ ਅਨੁਸਾਰ ਗਲਤ ਨੇ ਤਾਂ ਤੁਸੀਂ ਸੁਪਰੀਮ ਕੋਰਟ ਚਲੇ ਜਾਓ, ਫਿਰ ਅੰਦੋਲਨ ਕਰਨ ਦਾ ਕੀ ਮਤਲਬ ਹੈ। ਤਾਂ ਅੰਦਾਜ਼ਾ ਲਾ ਕੇ ਦੱਸੋ ਬਹਿਸ ਤੋਂ ਭੱਜਦਾ ਕੌਣ ਸੀ। ਇਹ ਕਾਨੂੰਨ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਗੈਰ ਸੰਵਿਧਾਨਕ ਨੇ। ਸੰਵਿਧਾਨ ਅਨੁਸਾਰ ਇਹ ਕਾਨੂੰਨ ਸੈਂਟਰ ਗਵਰਨਮੈਂਟ ਬਣਾ ਹੀ ਨਹੀਂ ਸਕਦੀ। ਇਹ ਸਟਾਪ ਫੂਡ ਤੇ ਟ੍ਰੇਡ ਤੇ ਬਣਾ ਸਕਦੀ ਹੈ। ਕਿਸਾਨ ਸਟਾਪ ਫੂਡ ਨਹੀਂ ਪੈਦਾ ਕਰਦਾ, ਕਿਸਾਨ ਕੇਵਲ ਫੂਡ ਗ੍ਰੇਨ ਪੈਦਾ ਕਰਦਾ ਹੈ। ਪਰਮ ਸਤਿਕਾਰਯੋਗ ਮੇਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਇਸ ਅੰਦੋਲਨ ਨਾਲ ਜੁੜੇ ਹੋਏ ਕਿਸਾਨ ਦੋਸਤੋ, ਤੁਹਾਨੂੰ ਪਤਾ ਹੋਵੇਗਾ ਸਾਡੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ ਨੇ ਰਾਜ ਸਭਾ ਦੇ ਵਿੱਚ ਸੈਸ਼ਨ ਦੇ ਦੌਰਾਨ ਕਾਨੂੰਨਾਂ ਦੇ ਬਾਰੇ ਦੇ ਵਿੱਚ ਗੱਲਬਾਤ ਕਰਦਿਆਂ ਇੱਕ ਗੱਲ ਕਹੀ ਹੈ ਕਿ ਕਿਸਾਨ ਦੱਸਣ ਕਿ ਕਾਨੂੰਨ ਦੇ ਵਿੱਚ ਕਾਲਾ ਕੀ ਹੈ। ਇੱਕ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨਾਂ ਕੋਲੇ ਵਿਜ਼ਨ ਕੋਈ ਨਹੀਂ, ਦੱਸ ਨਹੀਂ ਸਕੇਗੇ ਕਿ ਕਾਨੂੰਨ ਗਲਤ ਕਿਵੇਂ ਨੇ। ਔਰ ਜਿਹੜੀ ਇਹ ਦੋਨਾਂ ਗੱਲਾਂ ਦਾ ਮੈਂ ਜਵਾਬ ਦੇਣਾ ਚਾਹੁੰਦਾ, ਸਪਸ਼ਟ ਕਰਨਾ ਚਾਹੁੰਦੇ ਅਸੀਂ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਇਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਬਹਿਸ ਨਹੀਂ ਕਰ ਸਕੇ। ਕਿਸਾਨ ਇਸ ਮੁੱਦੇ ਦੇ ਉੱਤੇ ਸਰਕਾਰ ਬਹਿਸ ਕਰਨਾ ਚਾਹੁੰਦੀ ਹੈ। ਤਾਂ ਮੈਂ ਸਪਸ਼ਟ ਕਰ ਦਿਆਂ ਕਿ ਕਿਸਾਨਾਂ ਨੇ ਜਿਸ ਵੇਲੇ ਮੀਟਿੰਗਾਂ ਦੇ ਵਿੱਚ ਬਹਿਸ ਕੀਤੀ ਹੈ ਤੇ ਸਭ ਤੋਂ ਪਹਿਲਾਂ ਇਹ ਗੱਲ ਉੱਠਦੀ ਰਹੀ ਹੈ ਕਿ ਇਹ ਕਾਨੂੰਨ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਗੈਰ ਸੰਵਿਧਾਨਕ ਨੇ। ਸੰਵਿਧਾਨ ਅਨੁਸਾਰ ਇਹ ਕਾਨੂੰਨ ਸੈਂਟਰ ਗਵਰਨਮੈਂਟ ਬਣਾ ਹੀ ਨਹੀਂ ਸਕਦੀ, ਕਿਉਂਕਿ ਸੈਂਟਰ ਗਵਰਨਮੈਂਟ ਨੇ ਇਹ ਕਾਨੂੰਨ 7ਵੇਂ ਸ਼ਡਿਊਲ ਦੀ 33ਵੀਂ ਐਂਟਰੀ ਦੇ ਵਿੱਚ ਜਾ ਕੇ ਕੰਕਰੈਂਟ ਲਿਸਟ ਦੇ ਵਿੱਚ ਜਾ ਕੇ ਇਹ ਕਾਨੂੰਨ ਬਣਾਏ ਨੇ। ਔਰ ਉੱਥੇ ਜਾ ਕੇ ਕਾਨੂੰਨ ਬਣਾ ਕੀ ਸਕਦੀ ਹੈ ਸਰਕਾਰ ਤੇ ਕੀ ਨਹੀਂ ਬਣਾ ਸਕਦੀ, ਉਹਨੂੰ ਸਪਸ਼ਟ ਕਰਨਾ ਜ਼ਰੂਰੀ ਬਣਦਾ ਹੈ। ਸਾਡੇ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੈ ਕਿ ਸਰਕਾਰ ਜੇ ਕਾਨੂੰਨ ਬਣਾ ਸਕਦੀ ਹੈ ਤਾਂ ਸਟਾਪ ਫੂਡ ਤੇ ਬਣਾ ਸਕਦੀ ਹੈ। ਹੁਣ ਇੱਥੇ ਸਵਾਲ ਹੈ, ਦੋ ਗੱਲਾਂ ਹੈ ਕਿ ਸਟਾਪ ਫੂਡ ਤੇ ਬਣਾ ਸਕਦੀ ਹੈ ਔਰ ਟ੍ਰੇਡ ਲਈ ਬਣਾ ਸਕਦੀ ਹੈ, ਵਪਾਰ ਲਈ ਬਣਾ ਸਕਦੀ ਹੈ। ਹੁਣ ਇੱਥੇ ਕਾਨੂੰਨ ਚੱਕ ਕੇ ਬਣੇ ਕਿਸ ਗੱਲ ਦੇ ਉੱਤੇ ਹੈ? ਕਾਨੂੰਨ ਬਣੇ ਨੇ ਫੂਡ ਗ੍ਰੇਨ ਤੇ ਮਾਰਕੀਟਿੰਗ ਤੇ, ਜਿਹੜੇ ਕਿ ਇਹ ਬਣਾ ਨਹੀਂ ਸਕਦੀ। ਇਹ ਸਟਾਪ ਫੂਡ ਤੇ ਟ੍ਰੇਡ ਤੇ ਬਣਾ ਸਕਦੀ ਹੈ। ਕਿਸਾਨ ਸਟਾਪ ਫੂਡ ਨਹੀਂ ਪੈਦਾ ਕਰਦਾ, ਕਿਸਾਨ ਕੇਵਲ ਫੂਡ ਗ੍ਰੇਨ ਪੈਦਾ ਕਰਦਾ ਹੈ। ਔਰ ਨਾਲ ਇਹ ਟ੍ਰੇਡ ਨਹੀਂ ਕਰਦਾ, ਕਿਸਾਨ ਕੇਵਲ ਮਾਰਕੀਟਿੰਗ ਕਰਦਾ ਹੈ। ਇਸ ਕਰਕੇ ਨਾ ਤਾਂ ਮਾਰਕੀਟਿੰਗ ਦੇ ਉੱਤੇ ਸਰਕਾਰ ਕਾਨੂੰਨ ਬਣਾ ਸਕਦੀ ਹੈ ਤੇ ਨਾ ਹੀ ਫੂਡ ਗ੍ਰੇਨ ਤੇ ਕਾਨੂੰਨ ਬਣਾ ਸਕਦੀ ਹੈ। ਔਰ ਇਹ ਜਦੋਂ ਬਾਰ-ਬਾਰ ਇਹ ਤਰਕ ਆਉਂਦੀ ਰਹੀ ਹੈ, ਇਹਦੇ ਤੇ ਬਹਿਸ ਕਰਦੇ ਸੀ ਜਦੋਂ, ਤੇ ਸਾਡੀ ਮਾਨਯੋਗ ਮੰਤਰੀ ਜੀ ਇੱਕੋ ਗੱਲ ਦੇ ਵਿੱਚ ਕਹਿ ਕੇ ਨਿਕਲ ਜਾਂਦੇ ਸੀ ਕਿ ਦੇਖੋ ਜੀ, ਜੇ ਤੁਹਾਨੂੰ ਲੱਗਦਾ ਹੈ ਵੀ ਇਹ ਕਾਨੂੰਨ ਸੰਵਿਧਾਨ ਦੇ ਅਨੁਸਾਰ ਗਲਤ ਨੇ ਤਾਂ ਤੁਸੀਂ ਸੁਪਰੀਮ ਕੋਰਟ ਚਲੇ ਜਾਓ, ਫਿਰ ਅੰਦੋਲਨ ਕਰਨ ਦਾ ਕੀ ਮਤਲਬ ਹੈ। ਤਾਂ ਅੰਦਾਜ਼ਾ ਲਾ ਕੇ ਦੱਸੋ ਬਹਿਸ ਤੋਂ ਭੱਜਦਾ ਕੌਣ ਸੀ। ਕੀ ਕਿਸਾਨ ਬਹਿਸ ਤੋਂ ਭੱਜਦੇ ਸੀ ਜਾਂ ਸਰਕਾਰ ਬਹਿਸ ਤੋਂ ਭੱਜੀ ਹੈ। ਅਗਲੀ ਗੱਲ, ਸਾਡੇ ਮੰਤਰੀ ਜੀ ਨੇ ਕਿਹਾ ਕਿ ਦੱਸਣ ਕਾਨੂੰਨ ਕਾਲੇ ਕਿਵੇਂ ਨੇ, ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ। ਮੈਂ ਦੱਸਾਂ ਕਿ ਕਾਨੂੰਨ ਕਿਵੇਂ ਕਾਲੇ ਨੇ, ਕੀ ਕਾਲਾ ਕਾਨੂੰਨਾਂ ਦੇ ਵਿੱਚ। ਕਿ ਸਭ ਤੋਂ ਪਹਿਲੀ ਗੱਲ ਤਾਂ ਕਿ ਕਾਨੂੰਨ ਬਣਾਉਣ ਲੱਗਿਆਂ, ਕਾਨੂੰਨ ਬਣਾਉਣ ਸਮੇਂ ਨੀਤੀ ਨੀਅਤ ਹੀ ਕਾਲੀ ਸੀ ਤੇ ਕਾਲੀ ਨੀਅਤ ਦੇ ਵਿੱਚੋਂ ਬਣਿਆ ਕਾਨੂੰਨ ਕਾਲਾ ਹੀ ਹੋਏਗਾ। ਕਿਉਂ? ਕਿਉਂਕਿ ਇੱਕ ਐਸੇ ਸਿਸਟਮ ਦੇ ਰਾਹੀਂ ਇਹ ਕਾਨੂੰਨ ਬਣਾਏ ਗਏ ਨੇ ਕਿ ਮੰਡੀ ਸਿਸਟਮ ਨੂੰ ਬਰਬਾਦ ਕਰਨ ਦਾ ਇੱਕ ਪ੍ਰੋਸੈਸ ਹੈ ਇਸ ਪੂਰੇ ਕਾਨੂੰਨ ਦੇ ਵਿੱਚ। ਇਸ ਕਾਨੂੰਨ ਦੇ ਵਿੱਚ ਇਹ ਕਿਹਾ ਹੈ ਕਿ ਸਰਕਾਰੀ ਮੰਡੀ ਦੇ ਬਰਾਬਰ ਪ੍ਰਾਈਵੇਟ ਮੰਡੀ ਹੋਏਗੀ
ਤੇ ਜਿਹੜੀ ਉਹ ਪ੍ਰਾਈਵੇਟ ਮੰਡੀ ਹੋਏਗੀ ਉਸ ਪ੍ਰਾਈਵੇਟ ਮੰਡੀ ਦੇ ਵਿੱਚੋਂ ਜਿਹੜਾ ਵਪਾਰੀ ਮਾਲ ਖਰੀਦੇਗਾ ਉਹਨੂੰ ਟੈਕਸ ਨਹੀਂ ਲੱਗਣਗੇ। ਹੁਣ ਸਵਾਲ ਇੱਥੇ ਹੈ ਕਿ ਵੇਖਣ ਵਾਲੇ ਵਾਸਤੇ, ਆਮ ਬੰਦੇ ਵਾਸਤੇ ਇਹ ਹੁੰਦਾ ਵੀ ਕੀ ਫਰਕ ਪੈਂਦਾ ਹੈ। ਉਹ ਜਿਹੜਾ ਟੈਕਸ ਹੈ ਉਹ ਆ 164 ਰੁਪਏ ਪ੍ਰਤੀ ਕੁਇੰਟਲ ਵਪਾਰੀ ਨੇ ਸਰਕਾਰ ਨੂੰ, ਮਾਰਕੀਟ ਕਮੇਟੀ ਨੂੰ, ਮੰਡੀ ਬੋਰਡ ਨੂੰ ਭਰਨੇ ਹੁੰਦੇ ਹੈ। ਤੇ ਜਦੋਂ ਉਹ 164 ਰੁਪਏ ਮੰਡੀ ਬੋਰਡ ਨੂੰ ਟੈਕਸ ਭਰਨਾ ਹੈ, ਉਹਦੇ ਵਿੱਚੋਂ ਸਰਕਾਰ ਨੇ ਸਾਰੇ ਦਾ ਸਾਰਾ ਟੈਕਸ ਵਪਾਰੀ ਨੂੰ ਉਹਨੂੰ ਮੁਕਤ ਕਰਤਾ, ਮਾਫ ਕਰਤਾ, ਤਾਂ ਉਸੇ ਟੈਕਸ ਦੇ ਵਿੱਚੋਂ 164 ਦੇ ਵਿੱਚੋਂ ਕੇਵਲ 64 ਰੁਪਏ ਕਿਸਾਨ ਨੂੰ ਲਾਲਚ ਦੇ ਰੂਪ ਦੇ ਵਿੱਚ ਦੇ ਕੇ ਵਪਾਰੀ ਕਿਸਾਨ ਦੀ ਫਸਲ ਖਰੀਦੇਗਾ ਔਰ 64 ਰੁਪਏ ਦੇ ਲਾਲਚ ਨੂੰ ਕਿਸਾਨ ਆਪਣੀ ਫਸਲ ਪ੍ਰਾਈਵੇਟ ਮੰਡੀ ਦੇ ਵਿੱਚ ਜਾ ਕੇ ਪ੍ਰਾਈਵੇਟ ਬਾਹਰ ਖੜੇ ਵਪਾਰੀ ਨੂੰ ਵੇਚੇਗਾ। ਅਗਲੀ ਗੱਲ, ਜਦੋਂ ਲਗਾਤਾਰ ਕਿਸਾਨ ਦੀ ਫਸਲ ਮੰਡੀ ਤੋਂ ਬਾਹਰ ਵਿਕਦੀ ਰਹੀ ਤਾਂ ਥੋੜ੍ਹੇ ਸਮੇਂ ਦੇ ਵਿੱਚ ਮੰਡੀ ਇੱਕ ਖੰਡਰ ਬਣ ਕੇ ਰਹਿ ਜਾਏਗੀ। ਨਾ ਉਹਦੇ ਵਿੱਚ ਵਪਾਰੀ ਰਹੇਗਾ, ਨਾ ਉਹਦੇ ਵਿੱਚ ਆੜ੍ਹਤੀਆ ਰਹੇਗਾ, ਤੇ ਨਾ ਹੀ ਉਸ ਮੰਡੀ ਦੇ ਵਿੱਚ ਸਰਕਾਰੀ ਖਰੀਦ ਹੋਏਗੀ ਔਰ ਉੱਥੇ ਕਿਸੇ ਮਜ਼ਦੂਰ ਦਾ ਕੰਮ ਕਰਨ ਦਾ ਕਿਸੇ ਦਾ ਕੋਈ ਮਤਲਬ ਨਹੀਂ। ਥੋੜ੍ਹੇ ਸਮੇਂ ਦੇ ਵਿੱਚ ਮੰਡੀ ਬਰਬਾਦ ਹੋ ਜਾਏਗੀ। ਔਰ ਇੱਕ ਤਾਂ ਇਹ ਕਾਲੀ ਨੀਅਤ ਹੈ ਇਸ ਕਾਨੂੰਨ ਦੇ ਪਿੱਛੇ। ਦੂਸਰੀ, ਇਸ ਕਾਨੂੰਨ ਦੇ ਵਿੱਚ ਲਿਖਿਆ ਹੈ ਕਿ ਅਗਰ ਤੁਹਾਡੀ ਫਸਲ ਖਰੀਦਣ ਵਾਲਾ ਫਸਲ ਦੇ ਪੈਸੇ ਲੈ ਕੇ ਭੱਜ ਜਾਂਦਾ ਹੈ, ਉਹ ਤੋਂ ਪੈਸੇ ਗਰਾਉਣ ਦੇ ਲਈ ਕਿਸਾਨ ਕੋਰਟ ਨਹੀਂ ਜਾ ਸਕੇਗਾ। ਅੰਦਾਜ਼ਾ ਲਾਓ, ਕਿਸਾਨਾਂ ਦਾ ਕੋਰਟ ਜਾਣ ਦਾ ਰਸਤਾ ਬੰਦ ਕਰ ਦੇਣਾ, ਕੀ ਇਹਨੂੰ ਕਾਲਾ ਕਾਨੂੰਨ ਕਹਿ ਦੇਣਾ ਫਿਰ ਕੀ ਵਾਜਬ ਨਹੀਂ? ਇਸ ਕਰਕੇ ਇਹ ਕਾਨੂੰਨ ਕਾਲੇ ਨੇ। ਅਗਲੀ ਗੱਲ, ਸਾਡੇ ਮੰਤਰੀ ਜੀ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਟੈਕਸ ਫ੍ਰੀ ਕਰਤਾ, ਪਹਿਲਾਂ ਟੈਕਸ ਲੱਗਦਾ ਸੀ ਤੇ ਕਿਸਾਨ ਅੱਜ ਵਿਰੋਧ ਕਿਉਂ ਕਰਦੇ ਨੇ। ਹੁਣ ਮੈਂ ਇਸ ਟੈਕਸ ਤੇ ਗੱਲ ਕਰਨੀ ਚਾਹੂੰਗਾ। ਇਹ ਜਿਹੜਾ ਟੈਕਸ ਲੱਗਦਾ ਸੀ ਵਪਾਰੀ ਨੂੰ ਲੱਗਦਾ ਸੀ, ਖਰੀਦਦਾਰ ਨੂੰ ਲੱਗਦਾ ਸੀ। ਖਰੀਦਦਾਰ ਨੇ 164 ਰੁਪਏ ਕੁਇੰਟਲ ਮਗਰ ਟੈਕਸ ਸਰਕਾਰ ਨੂੰ ਭਰਨਾ ਹੁੰਦਾ ਸੀ, ਮਾਰਕੀਟ ਕਮੇਟੀ ਨੂੰ ਭਰਨਾ ਹੁੰਦਾ ਸੀ ਔਰ ਉਹੀ ਪੈਸਾ ਮਾਰਕੀਟ ਕਮੇਟੀ ਦੀ ਇਨਕਮ ਦਾ ਸੋਰਸ ਬਣਦਾ ਸੀ। ਔਰ ਮਾਰਕੀਟ ਕਮੇਟੀ ਦੇ ਵਿੱਚ ਉਹ ਜਦੋਂ ਪੈਸਾ ਇਕੱਠਾ ਹੁੰਦਾ ਸੀਗਾ ਤੇ ਉਸ ਮਾਰਕੀਟ ਕਮੇਟੀ ਦੇ ਏਰੀਏ 'ਚ ਜਿਸ ਕਿਸੇ ਕਿਸਾਨ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਹਾਦਸਾ ਵਾਪਰਦਾ ਸੀ ਤਾਂ ਮਾਰਕੀਟ ਕਮੇਟੀ ਆਪਦੇ ਕਿਸਾਨਾਂ ਦੀ ਮਦਦ ਕਰਦੀ ਸੀ, ਆਰਥਿਕ ਮਦਦ ਕਰਦੀ ਸੀ। ਡੈਥ ਹੋ ਜਾਣ ਤੇ 3 ਲੱਖ ਤੱਕ ਦੀ ਮਦਦ ਕਰਦੀ ਸੀ। ਔਰ ਉਸ ਤੋਂ ਅੱਗੇ ਉਸੇ ਫੰਡ ਨਾਲ ਪਿੰਡਾਂ ਦੇ ਡਿਵੈਲਪਮੈਂਟ ਕਰਦੀ ਸੀ ਸਰਕਾਰ। ਪਿੰਡਾਂ ਦੀਆਂ ਸੜਕਾਂ ਬਣਦੀਆਂ ਸੀ, ਲਿੰਕ ਰੋਡਾਂ ਬਣਦੀਆਂ ਸੀ ਉਸ ਪੈਸੇ ਨਾਲ। ਸੋ ਇਸ ਕਰਕੇ ਇਹ ਪੈਸਾ ਕਿਸਾਨਾਂ ਦਾ ਸੀ ਜਿਹਨੂੰ ਤੁਹਾਡੀ ਸਰਕਾਰ ਨੇ ਇੱਕ ਵਪਾਰੀ ਦੀ ਜੇਬ 'ਚ ਪਾਤਾ ਔਰ ਮੰਡੀ ਨੂੰ ਬਰਬਾਦ ਕਰਨ ਦੇ ਲਈ। ਇਹ ਹੈ ਇਸ ਤੁਹਾਡੇ ਕਾਨੂੰਨ ਦੀ ਮੁਕਤੀ, ਟੈਕਸ ਤੋਂ ਜਿਹੜਾ ਤੁਸੀਂ ਟੈਕਸ ਫ੍ਰੀ ਦੀ ਗੱਲ ਕਰਦੇ ਆ, ਇਹਦੀ ਖੇਡ ਇਹ ਹੈ। ਸੋ ਇਸ ਕਰਕੇ ਇਹਨੂੰ ਸਮਝਣ ਦੀ ਬਹੁਤ ਲੋੜ ਹੈ ਮੇਰੇ ਕਿਸਾਨ ਮਿੱਤਰੋ। ਦੂਸਰੀ ਜਿਹੜੀ ਗੱਲ ਹੈ ਕਿ ਮੰਤਰੀ ਜੀ ਨੇ ਕਿਹਾ ਹੈ ਕਿ ਕੰਟਰੈਕਟ ਫਾਰਮਿੰਗ ਦੀ ਗੱਲ ਕੀਤੀ ਹੈ ਬੜੇ ਜ਼ੋਰ ਨਾਲ, ਕਿ ਅਸੀਂ ਕਿਹਾ ਕਿ ਕਿਸਾਨ ਕੰਟਰੈਕਟ ਤੋੜ ਸਕਦਾ ਹੈ ਲੇਕਿਨ ਜਿਹੜਾ ਕੰਟਰੈਕਟਰ ਹੈ, ਜਿਹੜਾ ਉਹਦਾ ਸਪਾਂਸਰਡ ਹੈ, ਉਹ ਕੰਟਰੈਕਟ ਨਹੀਂ ਤੋੜ ਸਕਦਾ। ਠੀਕ ਹੈ, ਪਰ ਮੈਂ ਇੱਕ ਗੱਲ ਪੁੱਛਣੀ ਚਾਹਣਾ, ਇਹ ਜਿਹੜਾ ਕੰਟਰੈਕਟ ਫਾਰਮਿੰਗ ਦੀ ਗੱਲ ਕੀਤੀ ਹੈ ਇਹਦੇ ਵਿੱਚ ਵੀ ਇਹ ਗੱਲ ਕਹੀ ਗਈ ਹੈ ਕਿ ਅਗਰ ਕੰਟਰੈਕਟਰ ਕਿਸਾਨ ਦੇ ਪੈਸੇ ਲੈ ਕੇ ਭੱਜ ਜਾਂਦਾ ਹੈ, ਠੇਕੇਦਾਰ ਕਿਸਾਨ ਦੀ ਫਸਲ ਲੈ ਕੇ ਭੱਜ ਜਾਂਦਾ, ਉਹਦੇ ਪੈਸੇ ਨਹੀਂ ਦਿੰਦਾ, ਤਾਂ ਉਹ ਕਿਸਾਨ ਕੋਰਟ ਨਹੀਂ ਜਾ ਸਕਦਾ। ਜਿਹਦੀ ਮਿਸਾਲ ਬਹੁਤ ਸਾਰੀਆਂ ਮੀਟਿੰਗਾਂ ਦੇ ਵਿੱਚ ਅਸੀਂ ਦੇ ਚੁੱਕੇ ਹਾਂ। ਮਾਨਯੋਗ ਨਰਿੰਦਰ ਤੋਮਰ ਜੀ ਦੀ ਸਟੇਟ ਪੈਂਦੀ ਹੈ ਮੱਧ ਪ੍ਰਦੇਸ਼। ਮੱਧ ਪ੍ਰਦੇਸ਼ ਦੀਆਂ ਮੀਟਿੰਗਾਂ ਦੇ ਦੌਰਾਨ ਅਸੀਂ 2-3 ਖਬਰਾਂ ਦਿਖਾਈਆਂ ਸੀਗੀਆਂ ਮੰਤਰੀ ਜੀ ਨੂੰ। ਉਹਨਾਂ ਖਬਰਾਂ ਦੇ ਵਿੱਚ ਬੜਾ ਸਪਸ਼ਟ ਸੀ
कि 90 किसानां दे पैसे लैके ਵਪਾਰੀ ਭੱਜੇ ਔਰ ਜਿਨ੍ਹਾਂ ਦੇ ਵਿੱਚੋਂ ਕੇਵਲ 3 ਕਿਸਾਨਾਂ ਨੂੰ ਇਨਸਾਫ ਮਿਲਿਆ, ਬਾਕੀ 87 ਕਿਸਾਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਸੀ ਮਿਲਿਆ। ਇਹ ਹੈ ਕੰਟਰੈਕਟ ਫਾਰਮਿੰਗ ਦੀ ਗੱਲ। ਅਗਲੀ ਗੱਲ, ਕੰਟਰੈਕਟ ਫਾਰਮਿੰਗ ਦੇ ਵਿੱਚ ਇੱਕ ਗੱਲ ਹੋਰ ਲਿਖੀ ਹੈ ਕਿ ਤੁਹਾਡੀ ਫਸਲ ਦੀ ਕੁਆਲਿਟੀ ਚੈੱਕ ਕਰਨ ਵਾਸਤੇ ਇੱਕ ਤੀਜੀ ਧਿਰ ਹੋਏਗੀ ਤੇ ਉਹ ਤੁਹਾਡੀ ਫਸਲ ਦੀ ਗੁਣਵੱਤਾ ਚੈੱਕ ਕਰੇਗੀ। ਗੁਣਵੱਤਾ ਚੈੱਕ ਕਰਨ ਤੋਂ ਬਾਅਦ ਫਿਰ ਰੇਟ ਤੈਅ ਹੋਣਗੇ। ਤਾਂ ਪਿਆਰਿਓ, ਕਿਸਾਨ ਦੀ ਫਸਲ ਖੁੱਲ੍ਹੇ ਅਸਮਾਨ ਦੇ ਥੱਲੇ ਪਲਣੀ ਹੈ। ਇਹਦੇ ਤੇ ਮਾੜੀ ਜੀ ਪੱਕਣ ਦੇ ਸਮੇਂ ਤੇ ਮਾੜੀ ਜੀ ਹਵਾ ਤੇਜ਼ ਆ ਜੇ ਤਾਂ ਫਸਲ ਦਾ ਰੰਗ ਚੇਂਜ ਹੋ ਜਾਂਦਾ, ਰੰਗ ਬਦਲ ਜਾਂਦਾ ਹੈ। ਅਗਰ ਜਰੀ ਬਾਰਿਸ਼ ਪੈ ਜੇ ਤਾਂ ਫਸਲ ਦੇ ਦਾਣਿਆਂ ਦਾ ਰੰਗ ਚੇਂਜ ਹੋ ਜਾਂਦਾ ਹੈ, ਲੇਕਿਨ ਉਹਦੇ ਵਿੱਚ ਜਿਹੜਾ ਗੁਣ ਹੈ ਉਹ ਉਹੀ ਰਹਿੰਦਾ ਹੈ। ਲੇਕਿਨ ਕਿਸਾਨ ਦੀ ਲੁੱਟ ਉਹਦਾ ਰੰਗ ਚੇਂਜ ਕਰਨ ਨਾਲ ਹੁੰਦੀ ਹੈ। ਜਦੋਂ ਹਵਾ ਵਗਣ ਨਾਲ, ਤੇਜ਼ ਹਵਾਵਾਂ ਵਗਣ ਨਾਲ ਫਸਲ ਦਾ ਰੰਗ ਚੇਂਜ ਹੁੰਦਾ ਹੈ, ਅਨਾਜ ਦਾ ਰੰਗ ਚੇਂਜ ਹੁੰਦਾ ਹੈ, ਤਾਂ ਉਸ ਵੇਲੇ ਕਿਸਾਨ ਦੀ ਫਿਰ ਲੁੱਟ ਖੁੱਲ੍ਹ ਕੇ ਹੁੰਦੀ ਹੈ। ਸੋ ਇਸ ਤਰ੍ਹਾਂ ਅੱਗੇ ਜਾ ਕੇ ਇਸੇ ਕੰਟਰੈਕਟ ਫਾਰਮਿੰਗ ਦੇ ਵਿੱਚ ਇੱਕ ਗੱਲ ਇਹ ਕਹੀ ਗਈ ਹੈ ਕਿ ਕਿਸਾਨ ਦੀ ਜਿਹੜੀ ਫਸਲ ਹੈ, ਕੰਟਰੈਕਟ ਫਾਰਮਿੰਗ ਦੇ ਵਿੱਚ ਅੱਗੇ ਜਾ ਕੇ ਇੱਕ ਗੱਲ ਇਹ ਕਹੀ ਗਈ ਹੈ ਕਿ ਕੰਟਰੈਕਟਰ ਹੈ ਜਿਹੜਾ, ਉਹਨੇ ਕੰਟਰੈਕਟ ਕਰਨਾ ਹੈ, ਜ਼ਮੀਨ ਦੇ ਉੱਤੇ ਕੋਈ ਬਿਲਡਿੰਗ ਖੜੀ ਕਰਨੀ ਹੈ, ਕੋਈ ਕੰਸਟਰਕਸ਼ਨ ਕਰਨੀ ਹੈ, ਔਰ ਉਸ ਕੰਸਟਰਕਸ਼ਨ ਦੇ ਅਗੇਂਸਟ, ਉਸ ਕੰਸਟਰਕਸ਼ਨ ਦੇ ਉੱਤੇ, ਉਸ ਬਿਲਡਿੰਗ ਦੇ ਉੱਤੇ ਉਹ ਕ੍ਰੈਡਿਟ ਲੈ ਸਕਦਾ ਕਿਸੇ ਕੰਪਨੀ ਤੋਂ, ਕਿਸੇ ਬੈਂਕ ਤੋਂ, ਕਿਸੇ ਸਰਕਾਰੀ ਅਦਾਰੇ ਤੋਂ। ਇਹ ਕਿਹਾ ਹੈ। ਅਗਰ ਉਹ ਲੋਨ ਲੈ ਲਿਆ ਉਹਨੇ ਤੇ ਉਹ ਲੋਨ ਨਹੀਂ ਮੋੜਿਆ ਤਾਂ ਕਿਸਾਨ ਦੀ ਜ਼ਮੀਨ ਫਸੀ ਪਈ ਹੈ ਉਹ 'ਚ। ਇੱਕ ਇਹਦੇ 'ਚ ਬੜੀ ਵਧੀਆ, ਬੜੀ ਚਲਾਕੀ ਵਾਲੀ ਗੱਲ ਲਿਖੀ ਹੈ ਕੰਟਰੈਕਟ ਫਾਰਮਿੰਗ ਦੇ ਵਿੱਚ ਕਿ ਅਗਰ ਸ਼ਰਤ ਲਿਖੀ ਹੈ ਪਹਿਲਾਂ ਤਾਂ ਇਹ ਕਿ ਕੰਟਰੈਕਟਰ ਨੇ ਤੁਹਾਡੀ ਜ਼ਮੀਨ ਨੂੰ ਉਸੇ ਹਾਲਤ ਦੇ ਵਿੱਚ ਕਰਕੇ ਦੇਣਾ ਜਿਸ ਹਾਲਤ ਦੇ ਵਿੱਚ ਲਿਆ ਸੀ। ਪਰ ਜੇ ਨਹੀਂ ਕਰਕੇ ਜਾਂਦਾ ਤਾਂ ਉਹਨੂੰ ਕੋਈ ਗੱਲ ਨਹੀਂ, ਜਿਵੇਂ ਵੀ ਉਹ ਛੱਡ ਗਿਆ, ਜੋ ਉਹਦੇ ਉੱਤੇ ਕੰਸਟਰਕਸ਼ਨ ਕੀਤੀ ਹੈ ਉਹ ਉਸ ਤੋਂ ਬਾਅਦ ਕਿਸਾਨ ਦੀ ਹੋ ਜਾਏਗੀ। ਹੁਣ ਇੱਥੇ ਸਵਾਲ ਇਹ ਹੈ ਕਿ ਕਿਸੇ ਨੇ ਆ ਕੇ ਤੁਹਾਡੀ ਬਿਲਡਿੰਗ, ਤੁਹਾਡੀ ਜ਼ਮੀਨ ਦੇ ਉੱਤੇ ਬਿਲਡਿੰਗ ਖੜੀ ਕਰ ਲਈ, 30 ਸਾਲ 40 ਸਾਲ ਦਾ ਕੰਟਰੈਕਟ ਕੀਤਾ ਹੈ, 40 ਸਾਲ ਦੇ ਵਿੱਚ ਬਿਲਡਿੰਗ ਖੰਡਰ ਹੋ ਗਈ, ਖੰਡਰ ਹੋਈ ਬਿਲਡਿੰਗ ਜਿਉਂਦੀ ਤਿਉਂ ਛੱਡ ਕੇ ਤੁਰ ਗਿਆ ਤੇ ਉਹਦੇ ਉੱਤੇ 20 ਕਰੋੜ ਦਾ ਕਰਜ਼ਾ ਛੱਡ ਕੇ ਤੁਰ ਗਿਆ, ਤਾਂ ਉਹ ਇਹ ਕਹਿ ਦੇਊਗੀ ਸਰਕਾਰ ਕਿ ਕਾਨੂੰਨ ਦੇ ਅਨੁਸਾਰ ਤੁਹਾਡੀ ਜੀ ਇਹ ਬਿਲਡਿੰਗ ਤੁਹਾਡੀ ਹੋ ਗਈ। ਸੋ ਇਸ ਕਰਕੇ ਇਹਨਾਂ ਸਾਰੇ ਨੁਕਤਿਆਂ ਦੇ ਉੱਤੇ, ਇੱਕ ਇੱਕ ਨੁਕਤੇ ਦੇ ਉੱਤੇ ਬਹਿਸ ਹੋ ਚੁੱਕੀ ਆ। ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਬਹਿਸ ਹੋ ਚੁੱਕੀ ਹੈ, ਲੇਕਿਨ ਸਰਕਾਰ ਜਿਹੜੀ ਕਹਿੰਦੀ ਹੈ ਕਿ ਕਿਸਾਨਾਂ ਨੇ ਬਹਿਸ ਨਹੀਂ ਕੀਤੀ, ਕਿਸਾਨਾਂ ਨੂੰ ਬਹਿਸ ਨਹੀਂ ਕਰਨੀ ਆਉਂਦੀ, ਇਹਨਾਂ ਹੀ ਗੱਲਾਂ ਦੇ ਉੱਤੇ, ਇਹਨਾਂ ਹੀ ਨੁਕਤਿਆਂ ਤੇ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਜੀ ਨੇ ਟਿਕ ਕਰਦੇ ਰਹੇ ਨੇ ਵੀ ਠੀਕ ਹੈ, ਇਹਨੂੰ ਠੀਕ ਕਰ ਦਿਆਂਗੇ। ਮੈਂ ਬੇਨਤੀ ਕਰਾਂ ਕਿ ਜੇਕਰ ਇਹਦੇ ਵਿੱਚ ਕਮੀਆਂ ਨਹੀਂ ਸੀ, ਇਹਦੇ ਵਿੱਚ ਗਲਤੀਆਂ ਨਹੀਂ ਸੀ, ਤਾਂ ਫਿਰ ਸੋਧਾਂ ਕਿਸ ਗਲਤੀਆਂ ਕਰ ਰਹੀ ਹੈ ਸਰਕਾਰ। ਸੋ ਸਾਡੀ ਬੇਨਤੀ ਹੈ ਸਰਕਾਰ ਨੂੰ ਕਿ ਕਰਨਾ ਹੈ, ਨਹੀਂ ਕਰਨਾ ਹੈ, ਤੁਸੀਂ ਸਰਕਾਰ ਹੋ, ਤੁਹਾਡੀ ਪਾਵਰ ਹੈ, ਤੁਸੀਂ ਜਿਵੇਂ ਮਰਜ਼ੀ ਕਰ ਸਕਦੇ ਹੋ ਲੋਕਾਂ ਦੇ ਨਾਲ, ਲੇਕਿਨ ਝੂਠ ਬੋਲਣਾ ਸਿਆਣਪ ਨਹੀਂ। ਐਡੇ ਐਡੇ ਅਹੁਦਿਆਂ 'ਤੇ, ਐਡੇ ਐਡੇ ਪਦਵੀਆਂ 'ਤੇ ਬੈਠੇ ਵਿਅਕਤੀ ਅਗਰ ਝੂਠ ਬੋਲਣ ਲੱਗਣ ਤਾਂ ਫਿਰ ਦੇਸ਼ ਦਾ ਕੀ ਬਣੇਗਾ। ਸੋ ਮੈਂ ਜਿਹੜੀ ਇੰਨੀ ਗੱਲ ਮੇਰੇ ਅੱਜ ਪ੍ਰਧਾਨ ਮੰਤਰੀ ਆਪਣਾ ਨਰਿੰਦਰ ਤੋਮਰ ਜੀ ਸਾਡੇ ਐਗਰੀਕਲਚਰ ਮਿਨਿਸਟਰ ਨੇ ਜੋ ਬੋਲੀ ਹੈ, ਉਹਨਾਂ ਦੇ ਮੈਂ ਭਾਸ਼ਣ ਦਾ ਜਵਾਬ ਦੇਣਾ ਚਾਹੁੰਦਾ ਸੀ। ਉਹ ਇਹ ਜਵਾਬ ਹੈ ਮੇਰੇ ਕਿਸਾਨ ਮਿੱਤਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।